ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਾਈ ਬਾਲਾ ਜੀ ਕਹੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਸ਼੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਅਜਿਹੇ ਪਾਪੀਆਂ ਦਾ ਉਧਾਰ ਕਰਦੇ ਕਰਦੇ ਇੱਕ ਦਿਨ ਬੜੀ ਉਜਾੜ ਦੇ ਵਿੱਚ ਜਾ ਕੇ ਬੈਠ ਗਏ। ਜਦੋਂ ਸਾਇਕਾਲ ਦਾ ਵਕਤ ਹੋਇਆ ਤਾਂ ਗੁਰੂ ਜੀ ਨੇ ਮੇਰੇ ਤਾਈਂ ਕਿਹਾ ਕਿ ਬਾਲਾ ਰਹਿ ਰਸ ਪੜ੍ਹ। ਮੈਂ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਵੇਲੇ ਹੀ ਰਹਿ ਰਸ ਪੜ੍ਹਨ ਲੱਗਾ। ਜਦੋਂ ਮੈਂ ਰਹਿ ਰਸ ਉੱਚੀ ਉੱਚੀ ਪੜ੍ਹੀ ਤਾਂ ਉੱਥੋਂ ਨਜ਼ਦੀਕ ਇੱਕ ਝੁੱਗੀ ਸੀ। ਉਸ ਝੁੱਗੀ ਦੇ ਵਿੱਚੋਂ ਇੱਕ ਅਦਭੁਤ ਸੁੰਦਰ ਕੰਨਿਆ ਨਿਕਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆ ਕੇ ਬੈਠ ਗਈ ਅਤੇ ਗੁਰੂ ਜੀ ਦਾ ਦਰਸ਼ਨ ਕਰਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗੀ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਅਸੀਂ ਅਤੀਤ ਫਕੀਰ ਹਾਂ, ਅਸੀਂ ਰਾਤ ਗੁਜ਼ਾਰ ਕੇ ਚਲੇ ਜਾਵਾਂਗੇ। ਫਿਰ ਉਹ ਕੰਨਿਆ ਸੁਣਦਿਆਂ ਸਾਰ ਹੀ ਉੱਠ ਕੇ ਇੱਕ ਛੁਰਾ ਲੈ ਕੇ ਝੁੱਗੀ ਦੇ ਵਿੱਚ ਚਲੇ ਗਈ। ਅੰਦਰੋਂ ਇੱਕ ਕਤਲਾ ਮਾਸ ਦਾ ਲੈ ਕੇ ਆਈ ਤਾਂ ਉਸ ਮਾਸ ਨੂੰ ਤਕੜੀ ਦੇ ਵਿੱਚ ਰੱਖ ਕੇ ਤੋਲਿਆ ਤਾਂ ਉਹ ਮਾਸ 2 ਸੇਰ ਦਾ ਹੋਇਆ। ਫਿਰ ਉਸ ਕੰਨਿਆ ਨੇ ਇੱਕ ਸੇਰ ਮਾਸ ਦਾ ਟੁਕੜਾ ਆਪ ਰੱਖ ਲਿਆ ਤੇ ਇੱਕ ਸੇਰ ਮੇਰੇ ਤਾਈਂ ਦੇ ਦਿੱਤਾ। ਫਿਰ ਮੈਂ ਗੁਰੂ ਜੀ ਨੂੰ ਕਿਹਾ ਕਿ ਇਹ ਕੰਨਿਆ ਖਾਣ ਵਾਸਤੇ ਮਾਸ ਦਾ ਟੁਕੜਾ ਦਿੰਦੀ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮਾਸ ਦਾ ਤਾਂ ਪਤਾ ਨਹੀਂ ਕਿਸ ਦਾ ਹੈ, ਬਿਨ ਜਾਣੇ ਖਾਵਣਾ ਵਾਜਬ ਨਹੀਂ ਹੈ। ਮੈਂ ਉਸ ਕੰਨਿਆ ਨੂੰ ਕਿਹਾ ਕਿ ਇਹ ਕੰਨਿਆ ਇਹ ਮਾਸ ਕਿਸ ਦਾ ਹੈ। ਫਿਰ ਅੱਗਿਓਂ ਕੰਨਿਆ ਕਹਿਣ ਲੱਗੀ ਕਿ ਜੇਕਰ ਤੁਸੀਂ ਕਿਸੇ ਗੱਲੋਂ ਡਰਦੇ ਹੋ ਤਾਂ ਰਿਦਾ ਹੋਇਆ ਮਾਸ ਲੈ ਜਾਓ ਤੇ ਇਸ ਨੂੰ ਰੱਖ ਦਿਓ। ਫਿਰ ਮੈਂ ਉਸ ਕੰਨਿਆ ਨੂੰ ਕਿਹਾ ਮਾਸ ਦਾ ਬਿਨਾਂ ਦੇਖੇ ਖਾਵਣਾ ਵਾਜਬ ਨਹੀਂ ਹੈ। ਫਿਰ ਉਹ ਕੰਨਿਆ ਬੋਲੀ ਭਾਈ ਇਸ ਉਜਾੜ ਦੇ ਵਿੱਚ ਕੋਈ ਆਦਮੀ ਨਹੀਂ ਆਇਆ ਹੈ ਤੇ ਨਾ ਹੀ ਕੋਈ ਪਸ਼ੂ ਦੇਖਿਆ। ਅੱਜ ਦੇਵਯੋਗ ਕਰਕੇ ਤੁਹਾਡਾ ਦਰਸ਼ਨ ਕੀਤਾ ਹੈ। ਮੈਂ ਅਤੀਤ ਸਾਧ ਸਮਝ ਕੇ ਤੁਹਾਨੂੰ ਮਾਸ ਦਿੱਤਾ ਹੈ, ਤੁਸੀਂ ਮੇਰਾ ਸਿਰੜ ਕਿਉਂ ਜ਼ਾਹਰ ਕਰਦੇ ਹੋ। ਫਿਰ ਭਾਈ ਬਾਲੇ ਆਪਣੇ ਮਨ ਦੇ ਵਿੱਚ ਗਿਣਤੀ ਖਾਦੀ, ਜੋ ਇਹ ਕੰਨਿਆ ਸਿਰੜ ਆਖਦੀ ਹੈ ਤਾਂ ਜ਼ਰੂਰ ਕੋਈ ਵੱਡਾ ਅਪਰਾਧ ਕਰਦੀ ਹੋਵੇਗੀ। ਫਿਰ ਗੁਰੂ ਜੀ ਨੇ ਉਸ ਕੰਨਿਆ ਨੂੰ ਕਿਹਾ ਕਿ ਤੂੰ ਸਾਨੂੰ ਇਹ ਜ਼ਰੂਰ ਦੱਸ ਕਿ ਇਹ ਮਾਸ ਕਿਸ ਦਾ ਹੈ। ਫਿਰ ਉਹ ਕੰਨਿਆ ਬੋਲੀ ਚੱਲ ਭਾਈ ਤੂੰ ਚੱਲ ਕੇ ਦੇਖ ਲਾ। ਫਿਰ ਉਹ ਕੰਨਿਆ ਮੈਨੂੰ ਝੁੱਗੀ ਦੇ ਵਿੱਚ ਲੈ ਗਈ ਤਾਂ ਜਦੋਂ ਮੈਂ ਜਾ ਕੇ ਦੇਖਿਆ ਕਿ ਇੱਕ ਮੁਰਦਾ ਉੱਥੇ ਲਟਕਦਾ ਹੈ। ਫਿਰ ਉਹ ਕੰਨਿਆ ਕਹਿਣ ਲੱਗੀ ਕਿ ਮੈਂ ਇਸ ਦਾ ਮਾਸ ਖਾਂਦੀ ਹਾਂ। ਜਦੋਂ ਇਹ ਦੇਖਿਆ ਤਾਂ ਭਾਈ ਬਾਲਾ ਵਾਹਿਗੁਰੂ ਵਾਹਿਗੁਰੂ ਆਖ ਕੇ ਬਾਹਰ ਆਇਆ ਤੇ ਮਾਸ ਸੁੱਟ ਦਿੱਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਬਾਲੇ ਕੀ ਹੋਇਆ। ਫਿਰ ਮੈਂ ਕਿਹਾ ਕਿ ਇਹ ਗਰੀਬ ਨਵਾਜ਼ ਜੀ ਇਹ ਕੰਨਿਆ ਤਾਂ ਮਨੁੱਖ ਦਾ ਮਾਸ ਰਿੰਨ ਕੇ ਖਾਂਦੀ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਬਾਲੇ ਤੂੰ ਇਸ ਲੜਕੀ ਨੂੰ ਪੁੱਛ ਕਿ ਤੂੰ ਮੁਰਦੇ ਦਾ ਮਾਸ ਕਿਉਂ ਖਾਂਦੀ ਹੈ, ਤੈਨੂੰ ਕੁਝ ਹੋਰ ਖਾਣੇ ਨੂੰ ਨਹੀਂ ਲੱਭਦਾ, ਤੂੰ ਰਾਖਸ਼ਣੀ ਹੈ। ਫਿਰ ਮੈਂ ਜਾ ਕੇ ਉਸ ਲੜਕੀ ਨੂੰ ਕਿਹਾ ਕਿ ਹੇ ਕੰਨਿਆ ਤੂੰ ਮੁਰਦੇ ਦਾ ਮਾਸ ਕਿਉਂ ਖਾਂਦੀ ਹੈ, ਤੇਰੇ ਖਾਣ ਵਾਲੀ ਹੋਰ ਕੋਈ ਚੀਜ਼ ਨਹੀਂ ਹੈ। ਫਿਰ ਉਹ ਲੜਕੀ ਬੋਲੀ ਭਾਈ ਤੇਰਾ ਨਾਂ ਕੀ ਹੈ। ਤਾਂ ਮੈਂ ਉਸ ਲੜਕੀ ਨੂੰ ਕਿਹਾ ਕਿ ਮੇਰਾ ਨਾਮ ਬਾਲਾ ਹੈ। ਤਾਂ ਉਹ ਕਹਿਣ ਲੱਗੀ ਕਿ ਬਾਲਾ ਤੂੰ ਮੇਰਾ ਪੜਦਾ ਕਿਉਂ ਜ਼ਾਹਰ ਕਰਦਾ ਹੈ, ਤੇਰੇ ਹੱਥ ਕੀ ਆਵੇਗਾ। ਤਾਂ ਮੈਂ ਉਸ ਲੜਕੀ ਨੂੰ ਕਿਹਾ ਕਿ ਹੇ ਕੰਨਿਆ ਪੜਦਾ ਸੰਤਾਂ ਦੇ ਪਾਸਿਓਂ ਨਹੀਂ ਲਕੋਈਦਾ। ਉਹ ਆਖਣ ਲੱਗੀ ਸੁਣ ਭਾਈ ਇਹ ਜੋ ਹੈ ਸੋ ਮੇਰੇ ਪਿਤਾ ਜੀ ਹੈ। ਜਦੋਂ ਮੈਂ ਇਸ ਦੇ ਘਰ
ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ। ਬੜੇ ਸੁੰਦਰ ਖਾਣੇ ਤੇ ਬੜੇ ਸੁੰਦਰ ਕੱਪੜੇ ਪਾਉਣੇ ਨੂੰ ਦਿੰਦਾ ਸੀ। ਜਦੋਂ ਮੈਂ ਅਤੀ ਸੁੰਦਰ ਸਰੂਪ ਵਾਲੀ ਹੋਈ ਤਾਂ ਇਸ ਨੇ ਦੇਖਿਆ ਕਿ ਮੈਂ 16 ਸਾਲ ਦੀ ਹੋ ਗਈ ਹਾਂ। ਇਸ ਨੇ ਇੱਕ ਖਤਰੇਟੇ ਪਾਸਿਓਂ ਬਹੁਤ ਦਰਬ ਲੈ ਕੇ ਉਸ ਦੇ ਹੱਥ ਮੈਨੂੰ ਦੇ ਦਿੱਤਾ। ਸੰਤ ਜੀ, ਹੁਣ ਤੁਸੀਂ ਮੈਨੂੰ ਦੱਸੋ ਕਿ ਰਾਖਸ਼ਸ ਇਹ ਹੋਇਆ ਕਿ ਮੈਂ ਹੋਈ। ਇਸ ਨੇ ਮੇਰਾ ਜਿਉਂਦਿਆਂ ਹੀ ਮਾਸ ਵੇਚ ਖਾਧਾ। ਤਾਂ ਜਦੋਂ ਇਸ ਦੇ ਸਵਾਸ ਪੂਰੇ ਹੋਏ ਅਤੇ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ, ਭਾਈ ਇਸ ਦੁਸ਼ਟ ਨੂੰ ਲੈ ਆਵੋ, ਤਾਂ ਭਾਈ ਉਹ ਜਮਦੂਤ ਇਸ ਨੂੰ ਲੈ ਗਏ। ਤਾਂ ਭਾਈ ਧਰਮਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ ਨਾ ਲਾਵੋ, ਜਲਦੀ ਕੁੰਭੀ ਨਰਕ ਦੇ ਵਿੱਚ ਪਾਓ। ਤਾਂ ਜਮਦੂਤਾਂ ਨੇ ਇਹਨੂੰ ਕੁੰਭੀ ਵਿੱਚ ਪਾਇਆ। ਜਿਸ ਖਤਰੇਟੇ ਨਾਲ ਮੇਰਾ ਸੰਜੋਗ ਹੋਇਆ ਸੀ, ਈਸ਼ਵਰ ਦੀ ਕਿਰਪਾ ਦੇ ਨਾਲ ਮੈਂ 7 ਲੜਕੇ ਜੰਮੇ ਤੇ ਇੱਕ ਕੰਨਿਆ ਜੰਮੀ। ਜਦੋਂ ਉਹ ਕੰਨਿਆ ਹੋਈ ਤਾਂ ਮੇਰਾ ਪਤੀ ਕਹਿਣ ਲੱਗਾ, ਤੂੰ ਇਸ ਕੰਨਿਆ ਨੂੰ ਮਾਰ ਦੇ। ਮੈਂ ਆਖਿਆ, ਮੈਂ ਨਹੀਂ ਮਾਰਦੀ। ਫਿਰ ਮੇਰਾ ਪਤੀ ਕਹਿਣ ਲੱਗਾ, ਜੇ ਤੂੰ ਨਹੀਂ ਮਾਰੇਗੀ ਤਾਂ ਤੇਰਾ ਮੇਰਾ ਕੋਈ ਸੰਬੰਧ ਨਹੀਂ ਹੈ। ਮੈਂ ਆਪਣੇ ਪਤੀ ਦੇ ਕਹੇ ਤੇ ਕੰਨਿਆ ਮਾਰ ਦਿੱਤੀ। ਸਮਾਂ ਪਾ ਕੇ ਮੇਰਾ ਅੰਤ ਪਿਆ। ਜਮਦੂਤ ਮੇਰੇ ਤਾਈਂ ਧਰਮਰਾਜ ਦੇ ਸਾਹਮਣੇ ਲੈ ਗਏ। ਤਾਂ ਧਰਮਰਾਜ ਨੇ ਕਿਹਾ, ਹੇ ਪਾਪਣੀ, ਤੂੰ ਬਿਨਾਂ ਅਪਰਾਧ ਤੋਂ ਕੰਨਿਆ ਮਾਰ ਦਿੱਤੀ ਹੈ, ਤਾਂ ਤੂੰ ਕੰਨਿਆ ਹੋ ਕੇ ਮਾਤਲੋਕ ਵਿੱਚ ਉਜਾੜ ਦੇ ਵਿੱਚ ਰਹੋ। ਤੈਨੂੰ ਤੇਰੇ ਪਿਤਾ ਦਾ ਮਾਸ ਖਾਣੇ ਨੂੰ ਮਿਲੇਗਾ। ਸੋ ਮੈਂ ਕੰਨਿਆ ਦਾ ਜਨਮ ਲਿਆ ਹੈ ਤੇ ਮੇਰੇ ਪਿਤਾ ਨੇ ਜੋ ਮੇਰਾ ਦਰਬ ਲਿਆ ਸੀ, ਉਸ ਦੇ ਬਦਲੇ ਮੈਂ ਆਪਣੇ ਪਿਤਾ ਦਾ ਮਾਸ ਖਾਂਦੀ ਹਾਂ। ਕਦੇ ਕੋਈ ਭੁੱਲਾ ਚੁੱਕਾ ਮਨੁੱਖ ਆ ਜਾਵੇ ਤਾਂ ਮੈਂ ਦੇਖਦੀ ਹਾਂ, ਨਹੀਂ ਤਾਂ ਇਸ ਉਜਾੜ ਦੇ ਵਿੱਚ ਮੇਰਾ ਵਾਸਾ ਹੈ। ਮੈਂ ਬੜੀ ਦੁਖੀ ਹਾਂ। ਫਿਰ ਭਾਈ ਬਾਲੇ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਇਸ ਕੰਨਿਆ ਦੀ ਵਿਪਤਾ ਕੱਟੋ ਜੀ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਾਈ ਬਾਲਾ, ਕੰਨਿਆ ਦਾ ਦਰਬ ਲੈਣਾ, ਕੰਨਿਆ ਨੂੰ ਮਾਰ ਦੇਣਾ ਬੜੀ ਭਾਰੀ ਹੱਤਿਆ ਹੈ, ਪਰ ਤੇਰਾ ਕਹਿਣਾ ਵੀ ਮੰਨਣਾ ਜ਼ਰੂਰੀ ਹੈ। ਫਿਰ ਗੁਰੂ ਜੀ ਉੱਥੋਂ ਉੱਠ ਕੇ ਉਸ ਕੰਨਿਆ ਦੀ ਝੁੱਗੀ ਦੇ ਕੋਲ ਜਾ ਕੇ ਖੜੇ ਹੋਏ। ਤਾਂ ਉਸ ਕੰਨਿਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਚਰਨਾਂ ਦੇ ਵਿੱਚ ਮੱਥਾ ਟੇਕਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਕੰਨਿਆ ਦੀ ਪਿੱਠ ਦੇ ਉੱਪਰ ਥਾਪੀ ਦਿੱਤੀ। ਫਿਰ ਉਸ ਕੰਨਿਆ ਨੂੰ ਗੁਰਮਤਿ ਹੋ ਗਈ ਤੇ ਹੱਤਿਆ ਉਤਰ ਗਈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛਿੱਟਾ ਉਸ ਮੁਰਦੇ ਉੱਪਰ ਵੀ ਮਾਰਿਆ ਤੇ ਉਹ ਮੁਰਦਾ ਵੀ ਮੁਕਤ ਕੋ ਪ੍ਰਾਪਤ ਪਿਆ। ਫਿਰ ਉਸ ਕੰਨਿਆ ਦਾ ਵੀ ਉਧਾਰ ਹੋ ਗਿਆ। ਸਤਿਨਾਮ ਸ੍ਰੀ ਵਾਹਿਗੁਰੂ ਜੀ।